Hello everyone, this is Sakshi Agarwal from Malerkotla. I welcome you all on Mehnati Bachche. I hope you all are doing well. ਤੁਸੀਂ ਜੋ ਵੀ ਆਪਣੀ ਲਾਈਫ 'ਚ ਕਰ ਰਹੇ ਹੋ ਬਹੁਤ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਹੀ ਇੰਟਰਸਟਿੰਗ ਤੇ ਇੰਪੋਰਟੈਂਟ ਟੌਪਿਕ ਪੜ੍ਹਨ ਜਾ ਰਹੇ ਹਾਂ। ਅਗਰ ਤੁਸੀਂ PPSC ਦਾ ਐਗਜ਼ਾਮ ਦੇਣਾ ਹੈ ਉਹਦੇ ਲਈ ਵੀ ਇਹ ਟੌਪਿਕ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ UPSC ਦਾ ਕੋਈ ਐਗਜ਼ਾਮ ਦੇਣਾ ਹੈ ਉਹਦੇ ਲਈ ਵੀ ਇੰਪੋਰਟੈਂਟ ਹੈ। ਉਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਵਿੱਚ ਅਗਰ ਆਪਾਂ ਅਲੱਗ-ਅਲੱਗ ਗਵਰਨਮੈਂਟ ਡਿਪਾਰਟਮੈਂਟਸ ਦੀ ਗੱਲ ਕਰੀਏ ਉਹਨਾਂ ਦਾ ਐਗਜ਼ਾਮ ਦੇਣਾ ਉਹਦੇ ਵਿੱਚ ਵੀ ਇੰਪੋਰਟੈਂਟ ਹੈ। ਸੋ ਇਹ ਵੀਡੀਓ ਨੂੰ ਅੱਛੇ ਤਰੀਕੇ ਨਾਲ ਐਂਡ ਤੱਕ ਜ਼ਰੂਰ ਦੇਖਿਓ। ਸੋ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਡਿਸਕਸ ਕਰਦੇ ਹਾਂ ਕਿ ਇਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਿਉਂ ਇੰਪੋਰਟੈਂਟ ਹੈ ਅਤੇ ਅੱਜ ਆਪਾਂ ਡਿਸਕਸ ਕੀ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਿਕਲੀ OPEC ਦੇ ਬਾਰੇ ਪੜ੍ਹਾਂਗੇ ਜੋ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ। ਓਕੇ, ਹੁਣ ਇਹ ਨਿਊਜ਼ 'ਚ ਕਿਉਂ ਹੈ, ਉਹਦੇ ਪਿੱਛੇ ਇੱਕ ਸਾਊਦੀ ਅਰੇਬੀਆ ਐਂਡ ਰਸ਼ੀਆ ਦੀ ਕਨਫਲਿਕਟ ਹੈ, ਉਹਦੇ ਬਾਰੇ ਡਿਸਕਸ ਕਰਾਂਗੇ ਕਿ ਕੀ ਗੱਲਬਾਤ ਹੈ। ਦੈਨ OPEC ਦੇ ਸਾਰੇ ਡਿਟੇਲਸ ਪੜ੍ਹਾਂਗੇ, ਠੀਕ ਹੈ। ਉਹਦੇ ਵਿੱਚ ਕੀ ਫਾਇਦਾ ਹੋਊਗਾ, ਜਿਵੇਂ ਅਗਰ ਤੁਸੀਂ ਕੋਈ ਵੀ ਐਗਜ਼ਾਮ ਦੇਖੋਗੇ ਉਹਦੇ ਵਿੱਚ ਹੈੱਡਕੁਆਟਰਸ ਕਿੱਥੇ ਹੈ ਇਹ ਕੁਐਸਚਨ ਆ ਸਕਦਾ ਹੈ, ਜਾਂ ਫਿਰ OPEC ਦੀ ਫੁੱਲ ਫਾਰਮ ਦੱਸੋ, ਐਸੀ ਕਿਹੜੀ ਕੰਟਰੀ ਹੈ ਜਿਹਨੇ ਕਿ OPEC ਨੂੰ ਰੀਸੈਂਟਲੀ ਛੱਡ ਦਿੱਤਾ ਹੈ। ਓਕੇ, ਨੰਬਰ ਆਫ ਕੰਟਰੀਜ਼ ਕਿੰਨੀਆਂ ਨੇ, ਕਿਹੜੀ ਕਿਹੜੀ ਕੰਟਰੀਜ਼ ਹੈ, ਕਾਫੀ ਸਾਰੇ ਕੁਐਸਚਨਸ ਬਣਦੇ ਆ OPEC ਦੇ ਉੱਪਰ ਅਤੇ ਆਮ ਤੌਰ 'ਤੇ ਤੁਹਾਨੂੰ ਇਹ ਅਲੱਗ-ਅਲੱਗ ਐਗਜ਼ਾਮਸ 'ਚ ਦਿਖ ਜਾਣਗੇ। ਸੋ ਇਹ ਸਭ ਚੀਜ਼ਾਂ ਪੜ੍ਹਾਂਗੇ ਆਪਾਂ ਅੱਜ ਦੇ ਲੈਕਚਰ 'ਚ। ਆਈ ਹੋਪ ਜਿੰਨੇ ਵੀ ਤੁਹਾਡੇ ਡਾਊਟਸ ਆ ਉਹ ਸਾਰੇ ਕਲੀਅਰ ਹੋ ਜਾਣਗੇ ਅਤੇ ਲਾਸਟ ਦੇ ਵਿੱਚ ਤੁਹਾਨੂੰ ਕੁਐਸਚਨਸ ਵੀ ਮਿਲਣਗੇ ਡਿਸਕਸ਼ਨ ਦੇ ਬੇਸਡ ਉੱਪਰ। ਉਹਨਾਂ ਨੂੰ ਅਟੈਂਪਟ ਕਰਿਓ, ਉਹ ਤੋਂ ਬਾਅਦ ਆਨਸਰਸ ਚੈੱਕ ਕਰਿਓ। ਓਕੇ, ਸੋ ਚੈਨਲ ਦੇ ਉੱਪਰ ਤੁਹਾਨੂੰ ਕਾਫੀ ਸਾਰਾ ਮਟੀਰੀਅਲ ਮਿਲ ਜੂਗਾ। ਲਾਈਕ ਅਗਰ ਆਪਾਂ GK ਦੀ ਗੱਲ ਕਰੀਏ, GK ਦੇ ਵਿੱਚ ਇਨਵਾਇਰਮੈਂਟ ਟੌਪਿਕ, ਦੈਨ ਮਾਡਰਨ ਹਿਸਟਰੀ, ਉਸ ਤੋਂ ਇਲਾਵਾ ਪੋਲਿਟੀ, ਸਾਇੰਸ, ਓਕੇ, ਦੈਨ ਪੰਜਾਬ ਹਿਸਟਰੀ, ਪੰਜਾਬ ਦਾ ਸਟੈਟਿਕ ਪਾਰਟ, ਉਹ ਤੋਂ ਬਾਅਦ ਰੀਜ਼ਨਿੰਗ ਦੇ ਵੀਡੀਓਜ਼ ਮਿਲ ਜਾਣਗੀਆਂ, ਕੁਛ ਮੈਥਸ ਦੀ ਵੀਡੀਓਜ਼ ਮਿਲ ਜਾਣਗੀਆਂ, ਇੰਗਲਿਸ਼ ਦੀਆਂ ਵੀ ਮਿਲ ਜਾਣਗੀਆਂ, ਉਸ ਤੋਂ ਇਲਾਵਾ ਕਰੰਟ ਅਫੇਅਰਸ ਹੋ ਗਏ। ਓਕੇ, ਦੈਨ ਇਕਨੋਮਿਕਸ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀਆਂ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਅਗਰ ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ। ਦੇਖੋ, ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਜਿਹੜੀ OPEC ਹੈ, OPEC ਦੀ ਫੁੱਲ ਫਾਰਮ ਕੀ ਹੈ, ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼। ਇਹ ਨਿਊਜ਼ 'ਚ ਕਿਉਂ ਹੈ, ਕਿਉਂਕਿ OPEC ਨੇ ਰੀਸੈਂਟਲੀ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਘਟਾਵਾਂਗੇ। ਹੁਣ ਪ੍ਰੋਡਕਸ਼ਨ ਕਿਉਂ ਘਟਾ ਰਹੇ ਹੈ, ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਹੈ, ਕਰੋਨਾ ਵਾਇਰਸ। ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਦਹਿਸ਼ਤ ਫੈਲਾਈ ਹੋਈ ਹੈ ਨਾ, ਅਤੇ ਉਹਦਾ ਸਭ ਤੋਂ ਵੱਧ ਅਸਰ ਇਕੋਨਮੀ 'ਤੇ ਪੈ ਰਿਹਾ ਪੂਰੀ ਵਰਲਡ ਦੀ। ਓਕੇ, ਹੁਣ ਜਿਹੜੀ OPEC ਹੈ ਬੇਸਿਕਲੀ ਇਹ ਕਿਹੜੀ ਕੰਟਰੀਜ਼ ਨੇ ਜਿਹੜੀਆਂ ਕਿ ਕ੍ਰੂਡ ਆਇਲ ਨੂੰ ਪ੍ਰੋਡਿਊਸ ਕਰਦੀਆਂ ਨੇ। ਓਕੇ, ਕ੍ਰੂਡ ਆਇਲ 'ਚ ਆਪਾਂ ਨੂੰ ਪਤਾ ਹੈ ਅਲੱਗ-ਅਲੱਗ ਚੀਜ਼ਾਂ ਮਿਲਦੀਆਂ ਨੇ, ਜਿਵੇਂ ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਨੈਚੁਰਲ ਗੈਸ ਹੋ ਗਈ। ਸੋ ਕ੍ਰੂਡ ਆਇਲ ਬੇਸਿਕਲੀ ਥਿਕ ਕਲਰ ਦਾ, ਤੁਸੀਂ ਕਹਿ ਸਕਦੇ ਹੋ ਲਿਕੁਇਡ ਹੁੰਦਾ, ਥਿਕ ਜਿਹਾ ਲਿਕੁਇਡ ਹੁੰਦਾ, ਕਾਫੀ ਬਲੈਕ ਕਲਰ ਦਾ। ਉਹ ਤੋਂ ਆਪਾਂ ਨੂੰ ਡਿਫਰੈਂਟ ਕੰਪੋਨੈਂਟਸ ਮਿਲਦੇ ਹੈ। ਸੋ ਕੰਟਰੀਜ਼ ਇਹਨੂੰ ਖਰੀਦ ਲੈਂਦੀਆਂ ਤਾਂ ਕਿ ਉਹ ਇਹ ਸਾਰੇ ਕੰਪੋਨੈਂਟਸ ਨੂੰ ਫਰਦਰ ਇਹਦੇ ਵਿੱਚੋਂ ਐਕਸਟਰੈਕਟ ਕਰ ਪਾਉਣ। ਓਕੇ, ਹੁਣ ਦੇਖੋ, ਹੁਣ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਇਕੋਨਮੀ 'ਤੇ ਕਾਫੀ ਜ਼ਿਆਦਾ ਇੰਪੈਕਟ ਪਾ ਰਿਹਾ ਹੈ, ਤਾਂ ਉਹਦੀ ਵਜ੍ਹਾ ਤੋਂ ਜਿਹੜੀ ਕ੍ਰੂਡ ਆਇਲ ਦੀ ਡਿਮਾਂਡ ਹੈ ਉਹ ਕਾਫੀ ਜ਼ਿਆਦਾ ਘਟੀ ਹੋਈ ਹੈ। ਹੁਣ ਅਗਰ ਡਿਮਾਂਡ ਕਿਸੇ ਚੀਜ਼ ਦੀ ਘੱਟ ਜੂਗੀ ਅਤੇ ਉਹਦੀ ਸਪਲਾਈ ਜ਼ਿਆਦਾ ਹੋਊਗੀ ਤਾਂ ਓਬਵੀਅਸਲੀ ਜਿਹੜਾ ਉਹਦਾ ਰੇਟ ਹੈ ਉਹ ਘਟੂਗਾ। ਇਹਨੂੰ ਤੁਸੀਂ ਇੱਕ ਐਗਜ਼ਾਮਪਲ ਤੋਂ ਸਮਝੋ। ਸਪੋਜ਼ ਕਰੋ ਇਹ ਕੋਈ ਪਰਸਨ ਹੈ, ਇਹਨੇ ਕਿਸੇ A ਪਲੇਸ ਤੋਂ B ਪਲੇਸ 'ਤੇ ਜਾਣਾ ਹੈ। ਓਕੇ, ਅਤੇ ਇਹ ਕੀ ਕਰੂਗਾ, ਜਿਵੇਂ ਸਪੋਜ਼ ਇਹ ਕਾਰ ਦੀ ਹੈਲਪ ਨਾਲ ਗਿਆ ਜਾਂ ਕੋਈ ਵੀ ਇਹਨੇ ਪਬਲਿਕ ਟਰਾਂਸਪੋਰਟ ਯੂਜ਼ ਕੀਤਾ। ਸੋ ਜਿਹੜੇ ਵੀ ਵਹੀਕਲ ਦੇ ਨਾਲ ਇਹ ਜਾ ਰਿਹਾ ਹੈ ਉਹਦੇ ਵਿੱਚ ਪੈਟਰੋਲ ਜਾਂ ਡੀਜ਼ਲ ਤਾਂ ਯੂਜ਼ ਹੋਊਗਾ ਹੀ ਹੋਊਗਾ ਨਾ। ਹੁਣ ਇਹ ਤਾਂ ਕੇਸ 1 ਹੈ। ਹੁਣ ਸਪੋਜ਼ ਕਰੋ ਇਹੀ ਪਰਸਨ ਹੈ, ਇਹਨੇ A to B ਜਾਣਾ, ਬਟ ਕਰੋਨਾ ਵਾਇਰਸ ਦੇ ਕਰਕੇ ਇਹਨੇ ਸੋਚਿਆ ਕਿ ਹਲੇ ਕੋਈ ਜਾਣਾ ਜ਼ਰੂਰੀ ਨਹੀਂ ਹੈ, ਮੈਂ ਬਾਅਦ 'ਚ ਚਲਾ ਜਾਊਂਗਾ। ਓਕੇ, ਹੁਣ ਦੇਖੋ ਜਿਹੜਾ ਪਹਿਲਾ ਕੇਸ ਸੀ ਇਹਦੇ ਵਿੱਚ ਕੀ ਪੈਟਰੋਲ ਜਾਂ ਡੀਜ਼ਲ ਯੂਜ਼ ਹੋ ਰਿਹਾ ਹੈ, ਬਟ ਸੈਕਿੰਡ ਕੇਸ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਯੂਜ਼ ਨਹੀਂ ਹੋ ਰਿਹਾ। ਓਕੇ, ਹੁਣ ਕੀ ਹੈ, ਜਿਹੜਾ ਕ੍ਰੂਡ ਆਇਲ ਹੈ ਉਹਦੀ ਸਪਲਾਈ ਤਾਂ ਓਨੀ ਹੈ ਜਿੰਨੀ ਪਹਿਲੇ ਕੇਸ 'ਚ ਸੀ, ਦੂਜੇ ਕੇਸ 'ਚ ਵੀ ਓਨੀ ਹੈ, ਬਟ ਪਹਿਲੇ ਕੇਸ 'ਚ ਉਹਦੀ ਡਿਮਾਂਡ ਹੈਗੀ ਸੀ, ਦੂਜੇ ਕੇਸ ਦੇ ਵਿੱਚ ਉਹਦੀ ਡਿਮਾਂਡ ਨਹੀਂ ਰਹੀ। ਓਕੇ, ਸੋ ਜਿਹੜਾ ਇਹਦਾ ਪ੍ਰਾਈਸ ਹੈ ਉਹ ਘੱਟ ਜੂਗਾ। ਸੋ ਇਹ ਸਾਰਾ ਡਿਮਾਂਡ ਐਂਡ ਸਪਲਾਈ ਦਾ ਚੱਕਰ ਹੁੰਦਾ, ਠੀਕ ਹੈ, ਕਿ ਪ੍ਰਾਈਸ ਕਿਸੇ ਚੀਜ਼ ਦਾ ਵੱਧ ਰਿਹਾ ਘੱਟ ਰਿਹਾ ਉਹ ਡਿਮਾਂਡ ਐਂਡ ਸਪਲਾਈ 'ਤੇ ਡਿਪੈਂਡ ਕਰਦਾ ਹੁੰਦਾ। ਉਹ ਤੋਂ ਬਾਅਦ ਹੁਣ ਆਪਾਂ ਨੈਕਸਟ ਰਸ਼ੀਆ ਦੇ ਬਾਰੇ ਪੜ੍ਹਦੇ ਹਾਂ। OPEC ਨੇ ਕੀ ਕਿਹਾ ਕਿ ਉਹ ਪ੍ਰੋਡਕਸ਼ਨ ਨੂੰ ਘਟਾਉਣਗੇ ਤਾਂ ਕਿ ਜਿਹੜਾ ਕ੍ਰੂਡ ਆਇਲ ਹੈ ਉਹਦੀ ਪ੍ਰਾਈਸ ਵਧੇ। ਓਕੇ,
ਹੁਣ ਰਸ਼ੀਆ ਨੇ ਜਿਹੜੀ ओपैक कंट्रीज़ हैं इन्हां नाल एक एग्रीमेंट साइन किया होया है कि ठीक है अगर तुसी प्राइस क्रूड ऑयल का घटाओगे असी भी घटावांगे, अगर तुसी वधाओगे असी भी वधावांगे, अगर तुसी प्रोडक्शन घटाओगे असी भी घटावांगे, अगर तुसी प्रोडक्शन वधाओगे असी भी वधावांगे, ताकि एक यूनीफॉर्म जा सिचुएशन रहे। ठीक है, हुण रशिया ने की किया, क्योंकि करोना वायरस फैलिया होया है, तो रशिया का सब तो बड़ा दुश्मन कौन है? USA। ठीक है, USA ਦੇ ਵਿੱਚ ਆਪਾਂ ਨੂੰ ਪਤਾ ਹੈ ਮੇਨ ਸ਼ੇਲ ਗੈਸ ਦੀ ਪ੍ਰੋਡਕਸ਼ਨ ਹੁੰਦੀ ਹੈ। ਸੋ ਰਸ਼ੀਆ ਨੇ ਹੁਣ ਇਹ ਸਭ ਚੀਜ਼ਾਂ ਨੂੰ ਐਨਾਲਾਈਜ਼ ਕਰਨ ਦੇ ਲਈ ਇਹਨਾਂ ਨੇ ਕਿਹਾ ਕਿ ਅਸੀਂ ਪ੍ਰੋਡਕਸ਼ਨ ਨਹੀਂ ਘਟਾਵਾਂਗੇ ਕਰੂਡ ਆਇਲ ਦੀ। ਠੀਕ ਹੈ, ਸੋ ਰਸ਼ੀਆ ਦੇ ਮਨਾ ਕਰਨ ਦੇ ਕਾਰਨ ਹੀ ਰਸ਼ੀਆ ਤੇ OPEC ਜਿਹੜੀ ਮੈਂਬਰ ਕੰਟਰੀਜ਼ ਹੈ ਤੇ OPEC ਦੇ ਵਿੱਚ ਜਿਹੜੀ ਮੇਨ ਕੰਟਰੀ ਹੈ ਉਹ ਹੈਗੀ ਸਾਊਦੀ ਅਰੇਬੀਆ, ਇਹਨਾਂ ਦੋਨਾਂ ਵਿੱਚ ਕਨਫਲਿਕਟ ਹੋ ਗਏ। ਓਕੇ, ਹੁਣ देखो रशिया ने मना क्यों किया? बिकॉज रशिया देखना चाहता है कि क्रूड ऑयल जोड़ा है वो इकोनॉमी के उपर किस तरीके का असर पा रहा है, ਉਹਦਾ शेल गैस प्रोडक्शन ते की असर पै रहा है। ओबवियसली करोना वायरस फैल रहा है तो शेल गैस की जी डिमांड है वो भी तो घटूगी ना। सो रशिया ये सारी चीज़ों को एनालाइज करना चाहता सी, बट ਤਾਂ करके रशिया ने कहता कि असी जी प्रोडक्शन आ नहीं घटावांगे। सो ये चीज़ जी साउदी अरेबिया का प्रिंस है उन्होंने अच्छी नहीं लगी। ठीक है, कि रशिया एवं किवें मना कर सकते, इन्होंने साडे नाल डील साइन की हुई है। सो उन्हें गुस्से में आके कहता कि हुण असी भी जी प्रोडक्शन उन्होंने घटावांगे नहीं तो रशिया की इकोनॉमी नूं डाउन करांगे। हजे फिलहाल रशिया ने कोई स्टेटमेंट नहीं दी है, सो ये अगे पता लगूगा कि की हुंदा है। ठीक है, सो ये सारा मैटर है, आई होप तुहानूं समझ आ गया होगा। हुण आपां मेन मुद्दे की गल करते हैं, वो हैगा OPEC। 1960 दे विच बगदाद दे विच 5 कंट्रीज़ मिलियां ਤੇ ਉੱਥੋਂ ਹੀ OPEC ਦੀ ਫਾਰਮੇਸ਼ਨ ਹੋਈ। ਕਿਹੜੀ ਕੰਟਰੀਜ਼ ਸੀ? ਇਹਨਾਂ ਨੂੰ ਫਾਊਂਡਿੰਗ ਮੈਂਬਰਸ ਵੀ ਬੋਲਿਆ ਜਾਂਦਾ। ਸੋ ਅਗਰ ਪੇਪਰ 'ਚ ਤੁਹਾਨੂੰ ਕੁਐਸਚਨ ਆ ਜਾਏ ਕਿ ਫਾਊਂਡਿੰਗ ਮੈਂਬਰਸ ਕਿਹੜੇ ਨੇ OPEC ਦੇ, ਸੋ ਇਹਨਾਂ 5 ਕੰਟਰੀਜ਼ ਦੇ ਨਾਮ ਯਾਦ ਰੱਖਿਓ। ਈਰਾਨ, ਇਰਾਕ, ਕੁਵੈਤ, ਸਾਊਦੀ ਅਰੇਬੀਆ, ਵੈਨੇਜ਼ੁਲਾ। ਇਹ 5 ਕੰਟਰੀਜ਼ ਨੇ ਜਦੋਂ 1960 ਦੇ ਵਿੱਚ ਬਗਦਾਦ ਦੇ ਵਿੱਚ ਕਾਨਫਰੰਸ ਕੀਤੀ ਤਾਂ ਉੱਥੋਂ ਇਹਨਾਂ ਨੇ ਫੈਸਲਾ ਲਿੱਤਾ ਕਿ ਇੱਕ ਅਸੀਂ ਪਰਮਾਨੈਂਟ ਇੰਟਰ ਗਵਰਨਮੈਂਟ ਆਰਗੇਨਾਈਜੇਸ਼ਨ ਬਣਾਵਾਂਗੇ तो ਉਹਦਾ ਨਾਮ ਕੀ ਰੱਖਿਆ ਗਿਆ? ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼, ਦੈਟ ਇਜ਼ OPEC, ਤਾਂ ਕਿ ਜਿਹੜੇ ਕਰੂਡ ਆਇਲ ਦੇ ਪ੍ਰਾਈਸਿਸ ਹੈ ਉਹਦੇ ਵਿੱਚ ਯੂਨੀਫਾਰਮਿਟੀ ਲੈ ਕੇ ਆਈ ਜਾਵੇ, ਉਹਦੀ ਪ੍ਰੋਡਕਸ਼ਨ ਦੇ ਵਿੱਚ ਯੂਨੀਫਾਰਮਿਟੀ ਲੈ ਕੇ ਆਈ ਜਾਵੇ। ਇਹਦਾ ਮੋਟੋ ਕੀ ਸੀ ਉਹਦੇ ਬਾਰੇ ਤੁਹਾਨੂੰ ਮੈਂ ਬਾਅਦ 'ਚ ਦੱਸੂ, ਉਦੋਂ ਤੁਹਾਨੂੰ ਹੋਰ ਚੀਜ਼ਾਂ ਕਲੀਅਰ ਹੋ ਜਾਣਗੀਆਂ। ਫਿਲਹਾਲ ਲਈ ਇੰਨਾ ਯਾਦ ਰੱਖੋ। ਇਹਦੇ ਵਿੱਚ 3 ਮੇਨ ਕੁਐਸਚਨ ਤੁਹਾਡੇ ਕ੍ਰੀਏਟ ਹੁੰਦੇ ਆ, 4 ਕਹੂੰਗੀ ਮੈਂ। ਕਿਹੜੇ ਸਭ ਤੋਂ ਪਹਿਲਾਂ ਤਾਂ OPEC ਦੀ ਫੁੱਲ ਫਾਰਮ ਕੀ ਹੈ? ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼। ਸੈਕਿੰਡ, OPEC ਦੀ ਫਾਰਮੇਸ਼ਨ ਕਿੱਥੇ ਹੋਈ? ਬਗਦਾਦ ਦੇ ਵਿੱਚ ਹੋਈ। ਥਰਡ, ਕਦੋਂ ਹੋਈ? 1960 ਦੇ ਵਿੱਚ ਹੋਈ। ਤੇ OPEC ਦੇ ਫਾਊਂਡਿੰਗ ਮੈਂਬਰਸ ਕਿਹੜੀ ਕੰਟਰੀਜ਼ ਹੈ ਉਹ ਤੁਹਾਨੂੰ ਦੱਸਤਾ। ਹੁਣ ਦੇਖੋ ਇਹਦੇ ਵਿੱਚ ਤੁਹਾਡੇ ਕੋਲ 2 ਮੈਪ ਹੈ। ਇਹ ਹੈਗਾ 2019 ਤੋਂ ਪਹਿਲਾਂ ਵਾਲਾ ਮੈਪ, ਇਹ ਹੈਗਾ 2019 ਤੋਂ ਬਾਅਦ ਵਾਲਾ ਮੈਪ। ਓਕੇ, ਮੀਨਸ 2019 ਦੇ ਜਨਵਰੀ 2019 ਤੋਂ ਬਾਅਦ ਵਾਲਾ ਬੋਲ ਸਕਦੇ ਹਾਂ। ਹੁਣ ਦੇਖੋ ਇਹਦੇ ਵਿੱਚ ਅਗਰ ਤੁਸੀਂ ਕਾਊਂਟ ਕਰੋਗੇ ਤਾਂ ਤੁਹਾਨੂੰ 15 ਕੰਟਰੀਜ਼ ਟੋਟਲ ਨਜ਼ਰ ਆਉਣਗੀਆਂ ਐਜ਼ OPEC ਮੈਂਬਰਸ। ਓਕੇ, ਹੁਣ ਦੇਖੋ ਕਿਹੜੀ ਹੈ? ਇਕਵਾਡੋਰ, ਦੈਨ ਵੈਨੇਜ਼ੁਲਾ, ਇਕੁਆਟੋਰੀਅਲ ਗਿਨੀਆ, ਦੈਨ ਗੈਬਨ, ਅੰਗੋਲਾ, ਰਿਪਬਲਿਕ ਆਫ ਕੋਂਗੋ, ਨਾਈਜੀਰੀਆ, ਅਲਜੀਰੀਆ, ਲੀਬੀਆ, ਕੁਵੈਤ, ਇਰਾਕ, ईरान, ਦੈਨ ਕਤਰ, ਸਾਊਦੀ ਅਰੇਬੀਆ ਐਂਡ UAE। बट अगर तुसी आ वाला मैप देखोगे ये टोटल थोनू 14 कंट्रीज नज़र आएंगियां। सो केड़ी कंट्री नहीं है ये मैं थोनू दस दिनी है। ये बेसिकली कतर नहीं थोनू नज़र आना। ठीक है, उसका कारण की है? कतर ने जनवरी 2019 दे विच अपना जिहड़ी मैंबरशिप है OPEC दे विच वापस लै ली सी। एक होर ऐसी कंट्री है जिन्हें कि अपनी पहला जिहड़ी मैंबरशिप सी OPEC दे विच वापस लै ली सी ते हुण ये भी कहा जा रहा है कि 2020 ਦੇ ਵਿੱਚ ਉਹ ਫਿਰ ऐसा करन जा रहे हैं। मीनस पहले ने मैंबरशिप वापस लै ली, फिर ये मैंबर बन गया ਤੇ ਹੁਣ 2020 ਦੇ ਵਿੱਚ ਵੀ ਉੱਥੇ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਹੋਏ ਆ, ਤਾਂ ਕਰਕੇ ਜਿਹੜੀ ਇਕਵਾਡੋਰ ਹੈ ਇਹ 2020 ਦੇ ਵਿੱਚ ਹੋ ਸਕਦਾ ਹੈ OPEC ਚੋਂ ਆਪਣਾ ਨਾਮ ਵਾਪਸ ਲੈ ਲੇ, ਮੀਨਸ ਮੈਂਬਰਸ਼ਿਪ ਛੱਡ ਦੇ। ਸੋ ਇਹਦੇ ਬਾਰੇ ਯਾਦ ਰੱਖਿਓ। ਉਹ ਤੋਂ ਬਾਅਦ ਹੁਣ ਜਿਹੜੇ ਮੈਪ ਤੁਹਾਨੂੰ ਤਾਂ ਹੀ ਦਿੱਤਾ ਗਿਆ ਤਾਂ ਕਿ ਤੁਸੀਂ ਇਹ ਸਾਰੀ ਕੰਟਰੀਜ਼ ਨੂੰ ਯਾਦ ਕਰ ਲਓ ਲੋਕੇਸ਼ਨ ਦੇਖ ਕੇ। ਠੀਕ ਹੈ, डायरैक्ट क्वेश्चन आ जाता है पेपर दे विच कि OPEC दे विच केड़ी कंट्री मैंबर नहीं है। सो याद रखियो। और तो बाद नैक्सट हुण अगर आपां हैडकुआटर्स की गल करिए OPEC दे, जदों OPEC की फॉर्मेशन हुई उदों जिहड़े दे हैडकुआटर सी वो स्विट्जरलैंड दे जेनेवा दे विच सी। बट हुण अगर आपां
ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ OPEC ਦੇ ਹੈੱਡਕੁਆਟਰ ਕਿੱਥੇ ਹੈ? ਆਸਟਰੀਆ ਦੇ ਵੀਨੇ ਦੇ ਵਿੱਚ। ਓਕੇ, ਸੋ 1965 ਦੇ ਵਿੱਚ ਹੈੱਡਕੁਆਟਰ ਆਸਟਰੀਆ ਦੇ ਵਿੱਚ ਸ਼ਿਫਟ ਹੋ ਗਏ ਸੀ, ਇਹ ਚੀਜ਼ ਯਾਦ ਰੱਖਿਓ। ਓਕੇ, ਉਹ ਤੋਂ ਬਾਅਦ ਹੁਣ ਤੁਹਾਨੂੰ ਮੈਂ ਦੱਸਿਆ ਸੀ ਕਿ OPEC ਦੇ ਆਪਾਂ ਮੋਟੋ ਬਾਰੇ ਪੜ੍ਹਾਂਗੇ ਕਿ OPEC ਨੂੰ ਫਾਰਮ ਕਿਉਂ ਕੀਤਾ ਗਿਆ। ਸਭ ਤੋਂ ਪਹਿਲਾਂ ਟੂ ਕੋਆਰਡੀਨੇਟ ਐਂਡ ਯੂਨੀਫਾਈ ਪੈਟਰੋਲੀਅਮ ਪੋਲਿਸੀਜ਼ ਅਮੰਗ ਮੈਂਬਰ ਕੰਟਰੀਜ਼ ਇਨ ਆਰਡਰ ਟੂ ਸਿਕਿਉਰ ਫੇਅਰ ਐਂਡ ਸਟੇਬਲ ਪ੍ਰਾਈਸਿਸ ਫॉर ਪੈਟਰੋਲੀਅਮ ਪ੍ਰੋਡਿਊਸਰਸ। ਜਿਹੜੇ ਵੀ ਪੈਟਰੋਲ ਨੂੰ ਪ੍ਰੋਡਿਊਸ ਕਰਦੇ ਆ, ਠੀਕ ਹੈ, ਉਹਨਾਂ ਦੇ ਲਈ ਯੂਨੀਫਾਰਮ ਪੋਲਿਸੀਜ਼ ਰਹਿਣ ਸਾਰੀ ਮੈਂਬਰ ਕੰਟਰੀਜ਼ 'ਚ ਆਪਸ 'ਚ, ਇਸ ਲਈ OPEC ਨੂੰ ਫਾਰਮ ਕੀਤਾ ਗਿਆ। ਜਾਂ OPEC ਦਾ ਮੇਨ ਮੋਟੋ ਇਹੀ ਹੈ ਕਿ ਪੈਟਰੋਲੀਅਮ ਦੇ ਜਿਹੜੀ ਪ੍ਰਾਈਸਿਸ ਆ ਉਹਨਾਂ ਨੂੰ ਯੂਨੀਫਾਰਮ ਰੱਖਣਾ। ਓਕੇ, ਸੈਕਿੰਡ ਹੈ ਟੂ ਇਨਸ਼ੋਰ ਐਨ ਐਫੀਸ਼ੀਐਂਟ ਇਕਨੋਮਿਕ ਰੈਗੂਲਰ ਸਪਲਾਈ ਆਫ ਪੈਟਰੋਲੀਅਮ ਟੂ ਕੰਜ਼ਿਊਮਿੰਗ ਨੇਸ਼ਨ। ਕੰਜ਼ਿਊਮਿੰਗ ਨੇਸ਼ਨ ਜਿਵੇਂ ਇੰਡੀਆ ਕੰਜ਼ਿਊਮ ਕਰਦੀ ਹੈ, ਠੀਕ ਹੈ, OPEC ਤੋਂ ਕਰੂਡ ਆਇਲ ਖਰੀਦਦੀ ਹੈ, ਸੋ ਉਹਨਾਂ ਨੂੰ ਰੈਗੂਲਰ ਸਪਲਾਈ ਮਿਲੇ ਪੈਟਰੋਲੀਅਮ ਪ੍ਰੋਡਕਟਸ ਦੀ, ਇਹ ਵੀ ਇਨਸ਼ੋਰ ਕਰਨਾ ਇਹਦਾ ਕੰਮ ਹੈ। ਐਂਡ ਅ ਫੇਅਰ ਰਿਟਰਨ ਔਨ ਕੈਪੀਟਲ ਟੂ ਦੋਜ਼ ਇਨਵੈਸਟਿੰਗ ਇਨ ਇੰਡਸਟਰੀਜ਼, ਅਤੇ ਜਿਹੜੇ ਇਨਵੈਸਟ ਕਰ ਰਹੇ ਇੰਡਸਟਰੀ 'ਚ ਉਹਨਾਂ ਨੂੰ ਮੁਨਾਫਾ ਹੋਵੇ। ਓਕੇ, ਹੁਣ ਇਹ ਕੁਛ ਬੇਸਿਕ ਚੀਜ਼ਾਂ ਸੀ। ਇੱਕ ਹੋਰ ਇੰਪੋਰਟੈਂਟ ਪੁਆਇੰਟ ਇੱਥੇ ਦੇਖੋ, ਸਭ ਤੋਂ ਪਹਿਲਾਂ ਤਾਂ ਤੁਸੀਂ OPEC ਦਾ ਫਲੈਗ ਵੀ ਯਾਦ ਰੱਖਿਓ, ਕਿਤੇ ਨਾ ਕਿਤੇ ਪੁੱਛ ਸਕਦੇ ਆ। ਓਕੇ, ਤੁਹਾਨੂੰ ਹੈੱਡਕੁਆਟਰਸ ਦੱਸਤਾ, ਓਫੀਸ਼ੀਅਲ ਲੈਂਗੁਏਜ ਕਿਹੜੀ ਹੈ? ਇੰਗਲਿਸ਼। ਓਕੇ, ਹੁਣ ਜਿਹੜੀ OPEC ਹੈ ਉਹ ਬੇਸਿਕਲੀ ਹੈ ਕਿ ਇੰਟਰਨੈਸ਼ਨਲ ਕਾਰਟਲ। ਕਾਰਟਲ ਦਾ ਮਤਲਬ ਕੀ ਹੁੰਦਾ? ਇਟਸ ਅ ਗਰੁੱਪ ਆਫ ਇੰਡੀਪੈਂਡੈਂਟ ਮਾਰਕੀਟ ਪਾਰਟੀਸਿਪੈਂਟਸ ਹੂ ਕਲਿਊਡ with each other in order to improve their profit and dominate the market। ਜਦੋਂ ਜਿੰਨੇ ਵੀ ਕੰਪੀਟੀਟਰਸ हैं, ਅਗਰ ਉਹ ਸਾਰੇ ਮਿਲ ਕੇ ਇੱਕ ਆਪਣਾ ਸੰਗਠਨ ਬਣਾ ਲੈਣ ਕਿ ਅਸੀਂ ਸਾਰੇ ਇਕੁਅਲੀ ਕੰਮ ਕਰਾਂਗੇ, ਅਗਰ ਅਸੀਂ ਕਿਸੇ ਪ੍ਰੋਡਕਟ ਦਾ ਪ੍ਰਾਈਸ ਵਧਾਵਾਂਗੇ ਤਾਂ ਸਾਰੇ ਹੀ ਵਧਾਵਾਂਗੇ, ਅਗਰ ਘਟਾਵਾਂਗੇ ਤਾਂ ਸਾਰੇ ਹੀ ਘਟਾਵਾਂਗੇ, ਤਾਂ ਇਹਦੇ ਨਾਲ ਕੀ ਆ ਜਾਊ? ਇੱਕ ਯੂਨੀਫਾਰਮਿਟੀ ਰਹੂ। ਜਿਵੇਂ ਹੁਣ ਆਪਾਂ ਕੀ ਕਰਦੇ ਹਾਂ, ਅਗਰ ਆਪਾਂ ਨੇ ਕੋਈ ਸਮਾਨ ਖਰੀਦਣਾ, ਠੀਕ ਹੈ, ਆਪਣੇ ਸ਼ਹਿਰ ਦੇ ਵਿੱਚ ਸਪੋਜ਼ ਉਹ ਸਮਾਨ ਦੀਆਂ 4 ਦੁਕਾਨਾਂ ਨੇ, ਤਾਂ ਆਪਾਂ ਕੀ ਕਰਾਂਗੇ? ਪਹਿਲਾਂ ਇੱਕ ਤੋਂ ਪੁੱਛ ਕੇ ਆਵਾਂਗੇ ਕਿ ਉਹਦੇ ਕੋਲ ਕਿਸ ਰੇਟ 'ਤੇ ਮਿਲ ਰਿਹਾ, ਫਿਰ ਦੂਜੇ ਤੋਂ ਪੁੱਛ ਕੇ ਆਵਾਂਗੇ ਕਿ ਕਿਸ ਰੇਟ 'ਤੇ ਮਿਲ ਰਿਹਾ, ਐਵੇਂ ਤੀਜੇ ਚੌਥੇ ਤੋਂ ਪੁੱਛ ਕੇ ਆਵਾਂਗੇ, ਠੀਕ ਹੈ। ਜਿੱਥੇ ਆਪਾਂ ਨੂੰ ਸਸਤਾ ਲੱਗੂ ਆਪਾਂ ਉੱਥੋਂ ਖਰੀਦਣਾ ਪ੍ਰੈਫਰ ਕਰਾਂਗੇ। ਬਟ ਆਪਾਂ ਨੂੰ ਅਗਰ ਪਤਾ ਹੋਵੇ ਕਿ ਚਾਰਾਂ ਨੇ ਆਪਸ ਦੇ ਵਿੱਚ ਇੱਕ ਕਾਰਟਲ ਫਾਰਮ ਕੀਤਾ ਹੋਇਆ ਕਿ ਅਸੀਂ ਤਾਂ ਇਹ ਵਾਲੀ ਚੀਜ਼ ਦਾ ਸੇਮ ਪ੍ਰਾਈਸ ਹੀ ਲਗਾਵਾਂਗੇ, ਸੋ ਤੁਸੀਂ ਇੱਕ ਤੋਂ ਪੁੱਛ ਕੇ ਖਰੀਦ ਲਓਗੇ, ਬਿਕੋਜ਼ ਤੁਹਾਨੂੰ ਪਤਾ ਜਿਹੜੇ ਬਾਕੀ ਦੇ ਨੇ ਉਹ ਵੀ ਤੁਹਾਨੂੰ ਉਸੇ ਪ੍ਰਾਈਸ 'ਤੇ ਦੇਣਗੇ। ਓਕੇ, ਸੋ ਉਹ ਇੱਕ ਤਰੀਕੇ ਦਾ ਕੀ ਹੋ ਗਿਆ? ਕਾਰਟਲ। ਸਿਮਿਲਰਲੀ ਜਿਹੜਾ OPEC ਹੈ ਉਹ ਵੀ ਇੱਕ ਇੰਟਰਨੈਸ਼ਨਲ ਕਾਰਟਲ ਹੈ। ਇਹਦੇ ਵਿੱਚ ਤੁਹਾਨੂੰ ਮੈਂ ਦੱਸਤਾ ਕਿ ਕਰੰਟਲੀ ਕਿੰਨੀ ਕੰਟਰੀਜ਼ ਇਹਦੀਆਂ ਮੈਂਬਰ ਹੈ? 14। ਓਕੇ, ਦੈਨ ਅਗਰ ਆਪਾਂ ਗੱਲ ਕਰੀਏ ਕਿ ਕਰੰਟਲੀ OPEC ਦੇ ਸੈਕਟਰੀ ਜਨਰਲ ਕੌਣ ਹੈ? ਮੁਹੰਮਦ ਬਰਕਿੰਦੋ। ਨਾਮ ਯਾਦ ਰੱਖਿਓ, ਕਿਤੇ ਨਾ ਕਿਤੇ ਪੁੱਛ ਸਕਦੇ ਆ। ਸੋ ਐਸਟੈਬਲਿਸ਼ਮੈਂਟ ਕਿੱਥੇ ਹੋਈ? ਇਰਾਕ ਦੇ ਬਗਦਾਦ ਦੇ ਵਿੱਚ 1960, ਤੇ ਇਫੈਕਟਸ ਕਦੋਂ ਆਈ? 1961। ਓਕੇ, ਹੁਣ ਕਰੰਸੀ ਦੀ ਅਗਰ ਆਪਾਂ ਗੱਲ ਕਰੀਏ, ਹੁਣ ਜਿਵੇਂ ਵਾਟਰ ਹੈ, ਆਪਾਂ ਵਾਟਰ ਨੂੰ ਸਪੋਜ਼ ਲੀਟਰਸ ਦੇ ਵਿੱਚ ਅਗਰ ਮੈਜਰ ਕਰਦੇ ਹਾਂ, ਕਰੂਡ ਆਇਲ ਨੂੰ ਬੈਰਲਸ ਦੇ ਵਿੱਚ ਮੈਜਰ ਕੀਤਾ ਜਾਂਦਾ ਹੈ। ਓਕੇ, ਸੋ ਅਗਰ ਕਿਸੇ ਕੰਟਰੀ ਨੇ OPEC ਕੰਟਰੀਜ਼ ਤੋਂ ਕਰੂਡ ਆਇਲ ਖਰੀਦਣਾ ਤਾਂ ਉਹ ਪੇ ਕਿਸ 'ਚ ਕਰਨਗੇ? ਡਾਲਰਸ 'ਚ, US ਡਾਲਰਸ 'ਚ। ਸੋ ਯਾਦ ਰੱਖਿਓ ਇਹਦੀ ਕਰੰਸੀ ਕੀ ਹੈ? US ਡਾਲਰ। ਸੋ OPEC ਦੇ ਬਾਰੇ ਸਾਰਾ ਬੇਸਿਕ ਪੜ੍ਹ ਲਿਆ। ਹੁਣ ਆਪਾਂ ਕੁਐਸਚਨਸ ਅਟੈਂਪਟ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ, इंटरनेशनल ऑर्गेनाइजेशन विच कोऑर्डिनेट्स एंड यूनीफाई द पेट्रोलियम पॉलिसीज। ऐसी इंटरनेशनल ऑर्गेनाइजेशन जिहड़ी कि कोऑर्डिनेट करदी है ते यूनीफाई करदी है पेट्रोलियम पॉलिसीज नूं, दा नाम की है? इहदा आंसर आऊगा डी, दैट इज OPEC। सेकेंड क्वेश्चन है, ऑर्गेनाइजेशन ऑफ पेट्रोलियम एक्सपोर्टिंग कंट्रीज वॉज एस्टैबलिश इन, मीनस OPEC की फॉर्मेशन कित्थे होई? दस्सिया सी ना, बगदाद दे विच, इराक दे बगदाद दे विच। सो आंसर क्या होगा? बी। देन नेक्स्ट है, हेडक्वार्टर्स ऑफ ऑर्गेनाइजेशन ऑफ पेट्रोलियम एक्सपोर्टिंग कंट्रीज इज लोकेटेड इन, ਇਹਦਾ ਹੈੱਡਕੁਆਟਰ ਕਿੱਥੇ ਹੈ? ਆਸਟਰੀਆ। ਪਹਿਲਾਂ ਕਿੱਥੇ ਹੁੰਦਾ ਸੀ? ਸਵਿਟਜ਼ਰਲੈਂਡ ਦੇ ਜੈਨੇਵਾ ਦੇ ਵਿੱਚ, ਹੁਣ ਆਸਟਰੀਆ 'ਚ ਸ਼ਿਫਟ ਹੋ ਗਿਆ। ਉਹ ਤੋਂ ਬਾਅਦ ਨੈਕਸਟ ਹੈ, ਆਫੀਸ਼ੀਅਲ ਕਰੰਸੀ ਯੂਜ਼ਡ ਫॉर ਇੰਡੈਕਸਿੰਗ ਇਨ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼। ਇਹਦੇ ਲਈ ਆਫੀਸ਼ੀਅਲ ਕਰੰਸੀ ਕਿਹੜੀ ਯੂਜ਼ ਕੀਤੀ ਜਾਂਦੀ ਹੈ? ਤੁਹਾਨੂੰ ਦੱਸਿਆ ਸੀ ਨਾ, ਅਗਰ ਇੰਡੀਆ ਨੇ ਪੇ ਕਰਨਾ ਹੈ ਕਰੂਡ ਆਇਲ ਨੂੰ ਖਰੀਦਣ ਦੇ ਲਈ, ਕਿੰਨੇ ਬੈਰਲ ਸਾਨੂੰ ਚਾਹੀਦੇ ਆ, ਤਾਂ ਉਹ ਕਿਸ 'ਚ ਪੇ ਕਰਨਗੇ? US ਡਾਲਰਸ ਦੇ ਵਿੱਚ। ਸੋ ਇਹਦਾ ਆਂਸਰ ਕੀ ਆਊਗਾ? A। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਆਰ ਨਾਟ ਦ ਮੈਂਬਰਸ ਆਫ OPEC। ਇਹਦੇ ਵਿੱਚ ਐਸੀ ਕਿਹੜੀ ਕੰਟਰੀਜ਼ ਹੈ ਜਿਹੜੀਆਂ ਕਿ OPEC ਦੀ ਮੈਂਬਰਸ ਨਹੀਂ ਹੈ? ਵੈਨੇਜ਼ੁਲਾ, ਮੈਕਸੀਕੋ, ਰਸ਼ੀਆ ਤੇ ਈਰਾਨ। ਹੁਣ ਇੱਕ ਵਾਰ ਆਪਾਂ ਇੱਥੇ ਮੈਪ ਦੇਖਦੇ ਹਾਂ ਤਾਂ ਕਿ ਤੁਹਾਨੂੰ ਯਾਦ ਵੀ ਹੋ ਜਾਏ। ਹੁਣ ਦੇਖੋ ਵੈਨੇਜ਼ੁਲਾ ਹੈਗੀ ਹੈ, ਠੀਕ ਹੈ, ਉਸ ਤੋਂ ਬਾਅਦ ਮੈਕਸੀਕੋ ਨਹੀਂ ਹੈ, ਰਸ਼ੀਆ ਵੀ ਨਹੀਂ ਹੈ, ਤੇ ਨੈਕਸਟ ਆਪਾਂ ਨੇ ਕੀ ਪੜ੍ਹਿਆ? ਈਰਾਨ। ਸੋ
ਵੈਨੇਜ਼ੂਲਾ ਤੇ ਈਰਾਨ ਹੈ, ਠੀਕ ਹੈ। ਮੈਕਸੀਕੋ ਤੇ ਰਸ਼ੀਆ ਨਹੀਂ ਹੈ। ਉੱਥੇ ਪੁੱਛਿਆ ਉਹਨੇ ਵੀ ਕਿਹੜੀ ਨਹੀਂ ਹੈ, ਸੋ ਇਹਦਾ ਆਨਸਰ ਕੀ ਆਊਗਾ? ਸੀ। ਕਿਹੜੀ ਨਹੀਂ ਹੈ? ਰਸ਼ੀਆ ਤੇ ਮੈਕਸੀਕੋ। ਰਸ਼ੀਆ ਮੈਂਬਰ ਨਹੀਂ ਹੈ ਓਪੈਕ ਦੀ। ਰਸ਼ੀਆ ਨੇ ਓਪੈਕ ਕੰਟਰੀਜ਼ ਦੇ ਨਾਲ ਇੱਕ ਡੀਲ ਸਾਈਨ ਕੀਤੀ ਹੋਈ ਹੈ। ਉਹ ਤੋਂ ਬਾਅਦ ਨੈਕਸਟ ਹੈ ਵਿਚ ਕੰਟਰੀ ਵਿਡਰॉ ਫਰੋਮ ਓਪੈਕ ਇਨ 1992। ਕਿਨੇ ਵਿਡਰॉ ਕੀਤਾ ਸੀ? ਇਕੁਏਡੋਰ ਨੇ। ਸੋ 2019 ਦੇ ਵਿੱਚ ਕਿਨੇ ਕੀਤਾ ਸੀ? ਕਤਰ ਨੇ। ਜਿਹੜੀ ਇਕੁਏਡੋਰ ਸੀ ਉਹਨੇ 1992 ਦੇ ਵਿੱਚ ਕਰਤਾ ਸੀ ਤੇ ਬਾਅਦ ਚੋਂ ਫੇਰ ਸ਼ਾਮਿਲ ਹੋ ਗਏ ਸੀ ਇਹਦੇ ਵਿੱਚ, ਠੀਕ ਹੈ। ਤੇ 2019 ਦੇ ਵਿੱਚ ਕਿਨੇ ਲੀਵ ਕੀਤਾ ਓਪੈਕ ਨੂੰ? ਕਤਰ ਨੇ। ਤੇ ਇਕੁਏਡੋਰ ਬਾਰੇ ਇੱਕ ਹੋਰ ਤੁਹਾਨੂੰ ਮੈਂ ਫੈਕਟ ਦੱਸਿਆ ਸੀ ਕਿ 2020 ਦੇ ਵਿੱਚ ਫੇਰ ਕੁਇਟ ਕਰ ਸਕਦੇ ਆ। ਉਹ ਤੋਂ ਬਾਅਦ ਨੈਕਸਟ ਹੈ ਓਪੈਕ ਸਟੈਂਡਸ ਫॉर ऑर्गेनाइजेशन ऑफ पेट्रोलियम एक्सपोर्टिंग कंट्रीज, ऑर्गेनाइजेशन ऑफ पैसिफिक एक्सपोर्टिंग कंट्रीज। थर्ड है ऑर्गेनाइजेशन ऑफ पेट्रोलियम एक्सपोर्टिंग कंपनीज एंड डी इज नन ऑफ दीज। ਇਹਦਾ ਆਨਸਰ ਕੀ ਹੋਊਗਾ? ए। ਓਕੇ, ਕਈ ਹੁਣ ਕੀ ਕਰਨਗੇ ਜਲਦੀ ਦੇ ਵਿੱਚ ਪੜ੍ਹ ਕੇ ਸੀ ਲਗਾ ਆਣਗੇ। ਸੀ ਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਹੈ? ਉਰੇ ਕੰਟਰੀਜ਼ ਹੈ, ਉਰੇ ਕੰਪਨੀਜ਼ ਹੈ। ਸੋ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ। ਸੋ ਆਈ ਹੋਪ ਅੱਜ ਜੋ ਵੀ ਆਪਾਂ ਲੈਕਚਰ ਦੇ ਵਿੱਚ ਡਿਸਕਸ ਕੀਤਾ ਓਪੈਕ ਦੇ ਬਾਰੇ, ਰਸ਼ੀਆ ਸਾਊਦੀ ਅਰੇਬੀਆ ਕਨਫਲਿਕਟ ਬਾਰੇ, ਤੁਹਾਨੂੰ ਸਾਰਾ ਸਮਝ ਲੱਗ ਗਿਆ ਹੋਊਗਾ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।